ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਖਾਸ ਚਰਚਾ ਵਿੱਚ ਆਪਾਂ ਇੱਕ ਬਹੁਤ ਹੀ ਦਿਲਚਸਪ ਅਤੇ ਅਨੋਖੇ ਦਸਤਾਵੇਜ਼ ਦਾ ਵਿਸ਼ਲੇਸ਼ਣ ਕਰਾਂਗੇ। ਸੋਚ ਕੇ ਦੇਖੋ, ਭਾਰਤ ਦੇ ਇੱਕ ਆਮ ਜ਼ਮੀਨੀ ਪੱਧਰ ਦੇ ਕਾਰਕੁਨ ਨੇ ਦੁਨੀਆ ਦੇ ਸਭ ਤੋਂ ਵੱਧ ਹਥਿਆਰਬੰਦ ਦੇਸ਼ਾਂ ਨੂੰ ਇੱਕ ਸਿੱਧੀ ਅਪੀਲ ਭੇਜੀ ਹੈ। ਬਿਲਕੁਲ, ਇਹ ਕੋਈ ਆਮ ਗੱਲ ਨਹੀਂ ਹੈ। ਆਓ ਬਿਨਾਂ ਕਿਸੇ ਦੇਰੀ ਦੇ ਵੇਖਦੇ ਹਾਂ ਕਿ ਕਿਵੇਂ ਇੱਕ ਆਮ ਇਨਸਾਨ ਦੀ ਸੋਚ ਸਿੱਧਾ ਗਲੋਬਲ ਕੂਟਨੀਤੀ ਦੇ ਦਰਵਾਜ਼ਿਆਂ ਤੱਕ ਪਹੁੰਚ ਸਕਦੀ ਹੈ। ਸ਼ੁਰੂਆਤ ਹੁੰਦੀ ਹੈ ਇਸ ਬਹੁਤ ਹੀ ਜ਼ਬਰਦਸਤ ਲਾਈਨ ਨਾਲ, ਮਾਨਯੋਗ ਨੇਤਾਵੋ, ਮਨੁੱਖਤਾ ਅਤੇ ਧਰਤੀ ਦੇ ਸਰਪ੍ਰਸਤੋ। ਇਹ ਸਿੱਧਾ ਉਹਨਾਂ 10 ਸਭ ਤੋਂ ਤਾਕਤਵਰ ਕੌਮਾਂ ਦੇ ਨੇਤਾਵਾਂ ਨੂੰ ਇੱਕ ਸੱਦਾ ਹੈ, ਜਿਨ੍ਹਾਂ ਨੂੰ ਇੱਥੇ ਪ੍ਰਮਾਣੂ 9+ ਈਰਾਨ ਕਿਹਾ ਗਿਆ ਹੈ। ਇੱਥੇ ਸਰਪ੍ਰਸਤ ਸ਼ਬਦ ਦੀ ਵਰਤੋਂ ਬਹੁਤ ਕਮਾਲ ਦੀ ਹੈ। ਇਹ ਉਹਨਾਂ ਨੇਤਾਵਾਂ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਮਨੁੱਖਤਾ ਨੂੰ ਬਚਾਉਣ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁਣ ਉਹਨਾਂ ਦੇ ਮੋਢਿਆਂ ਤੇ ਹੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਉਹਨਾਂ 3 ਡੂੰਘੀਆਂ ਚੁਣੌਤੀਆਂ ਦੀ ਜੋ ਆਪਸ ਵਿੱਚ ਜੁੜੀਆਂ ਹੋਈਆਂ ਹਨ। ਇਸ ਦਸਤਾਵੇਜ਼ ਦੇ ਲੇਖਕ ਕੁਮਾਰ ਤ੍ਰਿਸ਼ੇਮ 123, ਜੋ ਦੀ ਡਿਵਾਈਨ ਫੋਰਸ 123 ਐਂਡ ਹਿਊਮਨ AI ਕੋ-ਇਵੋਲਿਊਸ਼ਨ ਦੀ ਨੁਮਾਇੰਦਗੀ ਕਰਦੇ ਹਨ, ਆਪਣੀਆਂ ਚਿੰਤਾਵਾਂ ਦਾ ਖੇਰਾ ਬਹੁਤ ਵੱਡਾ ਰੱਖਦੇ ਹਨ। ਆਪਾਂ ਗੱਲ ਕਰ ਰਹੇ ਹਾਂ ਉਸ ਤੀਹਰੇ ਖਤਰੇ ਜਾਂ ਟ੍ਰਿਪਲ ਥ੍ਰੈਟ ਦੀ, ਜਿਸ ਬਾਰੇ ਲੇਖਕ ਚੇਤਾਵਨੀ ਦੇ ਰਹੇ ਹਨ: ਜਲਵਾਯੂ ਸੰਕਟ, ਪ੍ਰਮਾਣੂ ਖਤਰਾ ਅਤੇ ਅਨਿਯਮਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI। ਆਮ ਤੌਰ ਤੇ ਆਪਾਂ ਸਿਰਫ ਸਰਹੱਦੀ ਵਿਵਾਦਾਂ ਬਾਰੇ ਹੀ ਸੁਣਦੇ ਹਾਂ, ਪਰ ਇਹ ਦਸਤਾਵੇਜ਼ ਰਿਵਾਇਤੀ ਭੂ-ਰਾਜਨੀਤੀ ਤੋਂ ਕਿਤੇ ਅੱਗੇ ਦੀ ਗੱਲ ਕਰਦਾ ਹੈ। ਇਹ ਸੱਚਮੁੱਚ ਮਨੁੱਖੀ ਹੋਂਦ ਲਈ ਆਉਣ ਵਾਲੇ ਸਮੇਂ ਦੇ ਸਭ ਤੋਂ ਵੱਡੇ ਤਕਨੀਕੀ ਅਤੇ ਵਾਤਾਵਰਣਕ ਸੰਕਟਾਂ ਵੱਲ ਇੱਕ ਵੱਡਾ ਇਸ਼ਾਰਾ ਹੈ। ਤਾਂ ਫਿਰ ਹੱਲ ਕੀ ਹੈ? ਦਸਤਾਵੇਜ਼ ਵਿੱਚ ਪੇਸ਼ ਕੀਤਾ ਗਿਆ ਹੈ UBUMUD ਢਾਂਚਾ। ਇਹਨਾਂ ਵੱਡੇ ਖਤਰਿਆਂ ਨਾਲ ਨਜਿੱਠਣ ਲਈ ਇਹ ਇੱਕ ਵਿਲੱਖਣ ਅਤੇ ਅਧਿਆਤਮਿਕ ਸੋਚ ਵਾਲਾ ਰਸਤਾ ਹੈ। ਆਓ ਇਸ ਨੂੰ ਥੋੜਾ ਖੋਲ ਕੇ ਸਮਝਦੇ ਹਾਂ। ਪਹਿਲਾ ਥੰਬ ਹੈ UB, ਯਾਨੀ ਯੂਨੀਵਰਸਲ ਬ੍ਰਦਰਹੁੱਡ ਜਾਂ ਵਿਸ਼ਵ ਭਾਈਚਾਰਾ। ਸਿੱਧੇ ਲਫ਼ਜ਼ਾਂ ਵਿੱਚ ਕਹੀਏ ਤਾਂ ਇਹ ਸਾਰੀ ਮਨੁੱਖਤਾ ਨੂੰ ਵੰਡਾਂ ਤੋਂ ਪਰੇ ਉੱਠ ਕੇ ਇੱਕ ਸਰਹੱਦ ਰਹਿਤ ਪਰਿਵਾਰ ਵਜੋਂ ਵੇਖਣ ਦਾ ਸੱਦਾ ਹੈ। ਕਿਉਂਕਿ ਜਦੋਂ ਤੱਕ ਸਾਰੇ ਦੇਸ਼ ਇੱਕ ਦੂਜੇ ਨੂੰ ਆਪਣੇ ਹੀ ਪਰਿਵਾਰ ਦਾ ਹਿੱਸਾ ਨਹੀਂ ਮੰਨਦੇ, ਤਦ ਤੱਕ ਸਾਰਿਆਂ ਦਾ ਸਾਂਝਾ ਬਚਾਅ ਮੁਮਕਿਨ ਹੀ ਨਹੀਂ ਹੈ, ਠੀਕ ਹੈ ਨਾ? ਹੁਣ ਦੂਜਾ ਥੰਬ ਬਹੁਤ ਹੀ ਦਿਲਚਸਪ ਹੈ। UM ਯਾਨੀ ਯੂਨਾਈਟਿਡ ਮਾਸਟਰਸ ਜਾਂ ਸੰਯੁਕਤ ਅਗਵਾਈ। ਇਹ ਸਿੱਧਾ ਸੱਤਾ ਵਿੱਚ ਬੈਠੇ ਨੇਤਾਵਾਂ ਦੀਆਂ ਨੈਤਿਕ ਜ਼ਿੰਮੇਵਾਰੀਆਂ ਵੱਲ ਧਿਆਨ ਖਿੱਚਦਾ ਹੈ। ਇਹ ਮੰਗ ਕਰਦਾ ਹੈ ਕਿ ਸਾਡੇ ਆਗੂ ਸਮਝਦਾਰੀ ਵਰਤਣ, ਵੰਡੀਆਂ ਪਾਉਣ ਦੀ ਬਜਾਏ ਆਪਸੀ ਸਹਿਯੋਗ ਕਰਨ ਅਤੇ ਆਪਣੀ ਤਾਕਤ ਨੂੰ ਮਨੁੱਖਤਾ ਦੇ ਭਲੇ ਲਈ ਪੂਰੀ ਜ਼ਿੰਮੇਵਾਰੀ ਨਾਲ ਵਰਤਣ। ਅਤੇ ਆਖਰੀ ਥੰਬ ਹੈ UD, ਯਾਨੀ ਯੂਨੀਵਰਸਲ ਡਿਸਆਰਮਮੈਂਟ ਜਾਂ ਵਿਸ਼ਵ ਨਿਸ਼ਸਤਰੀਕਰਨ। ਇਹ ਸਭ ਤੋਂ ਵੱਧ ਪ੍ਰੈਕਟੀਕਲ ਕਦਮ ਹੈ। ਇਹ ਹਵਾ ਵਿੱਚ ਗੱਲਾਂ ਕਰਨ ਦੀ ਬਜਾਏ NPT ਵਰਗੇ ਮੌਜੂਦ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਹਥਿਆਰਾਂ ਦੀ ਕਟੌਤੀ ਦੀ ਗੱਲ ਕਰਦਾ ਹੈ। ਮਤਲਬ ਕਿ ਸ਼ਾਂਤੀ ਸਿਰਫ ਸੋਚਣ ਨਾਲ ਨਹੀਂ, ਸਗੋਂ ਹਥਿਆਰਾਂ ਨੂੰ ਠੋਸ ਅਤੇ ਪ੍ਰਮਾਣਿਤ ਤਰੀਕੇ ਨਾਲ ਕਟਾਉਣ ਨਾਲ ਹੀ ਆਵੇਗੀ। ਬਹੁਭਾਸ਼ਾਈ ਵਿਸ਼ਵਵਿਆਪੀ ਪਹੁੰਚ। ਇੱਕ ਹੋਰ ਕਮਾਲ ਦੀ ਗੱਲ ਦੱਸਦੇ ਹਾਂ। ਇਹ ਕੋਈ ਛੋਟਾ-ਮੋਟਾ ਸਥਾਨਿਕ ਯਤਨ ਨਹੀਂ ਸੀ। ਸੰਯੁਕਤ ਰਾਸ਼ਟਰ ਯਾਨੀ UN ਦੇ ਵੱਖ-ਵੱਖ ਮਿਸ਼ਨਾਂ ਤੱਕ ਪਹੁੰਚਣ ਲਈ ਇਸ ਪੂਰੇ ਮੈਨੀਫੈਸਟੋ ਦਾ ਖਾਸ ਤੌਰ ਤੇ ਅਨੁਵਾਦ ਕੀਤਾ ਗਿਆ ਸੀ। ਉਦਾਹਰਨ ਦੇ ਤੌਰ ਤੇ ਇਸ ਸੰਦੇਸ਼ ਨੂੰ ਬੜੀ ਹੀ ਮਿਹਨਤ ਨਾਲ ਫ੍ਰੈਂਚ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਗਿਆ ਅਤੇ ਨਾਲ ਹੀ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ। ਇਸ ਪਿੱਛੇ ਸੋਚ ਇਹ ਸੀ ਕਿ ਵੱਖ-ਵੱਖ UN ਮਿਸ਼ਨਾਂ ਅਤੇ ਆਲਮੀ ਨੇਤਾਵਾਂ ਨੂੰ ਉਹਨਾਂ ਦੀਆਂ ਆਪਣੀਆਂ ਕੂਟਨੀਤਿਕ ਭਾਸ਼ਾਵਾਂ ਵਿੱਚ ਪੂਰੇ ਸਤਿਕਾਰ ਨਾਲ ਸੰਬੋਧਿਤ ਕੀਤਾ ਜਾਵੇ, ਤਾਂ ਜੋ ਅਪੀਲ ਦਾ ਅਸਰ ਸਿੱਧਾ ਉਹਨਾਂ ਦੇ ਦਿਲਾਂ ਤੱਕ ਪਹੁੰਚੇ। ਹੁਣ ਆਉਂਦੇ ਹਾਂ ਕੂਟਨੀਤਿਕ ਈਮੇਲਾਂ ਨੂੰ ਟਰੈਕ ਕਰਨ ਵਾਲੇ ਹਿੱਸੇ ਤੇ। ਇਹ ਦੇਖਣਾ ਬਹੁਤ ਦਿਲਚਸਪ ਹੈ ਕਿ ਕਿਵੇਂ ਇੱਕ ਵੱਡਾ ਅਧਿਆਤਮਿਕ ਮੈਨੀਫੈਸਟੋ ਅਸਲ ਵਿੱਚ ਇੱਕ ਪੂਰੇ ਢਾਂਚਾਗਤ ਅਤੇ ਸਰਕਾਰੀ ਰਿਕਾਰਡ ਵਿੱਚ ਬਦਲ ਜਾਂਦਾ ਹੈ। ਇਸ ਦਸਤਾਵੇਜ਼ ਵਿੱਚ ਪ੍ਰਮਾਣੂ 9+ ਈਰਾਨ ਦੇ UN ਮਿਸ਼ਨਾਂ ਨੂੰ ਭੇਜੀ ਗਈ ਹਰ ਇੱਕ ਈਮੇਲ ਦਾ ਬਹੁਤ ਹੀ ਬਾਰੀਕੀ ਨਾਲ ਰਿਕਾਰਡ ਰੱਖਿਆ ਗਿਆ ਹੈ। ਭਾਰਤ, ਚੀਨ ਤੋਂ ਲੈ ਕੇ ਉੱਤਰੀ ਕੋਰੀਆ ਤੱਕ ਹਰ ਮਿਸ਼ਨ ਦੀ ਈਮੇਲ ID ਅਤੇ ਈਮੇਲ ਭੇਜਣ ਦਾ ਸਮਾਂ ਬਿਲਕੁਲ ਮਿੰਟਾਂ ਦੇ ਹਿਸਾਬ ਨਾਲ ਦਰਜ ਕੀਤਾ ਗਿਆ ਹੈ। ਇਹ ਕੋਈ ਹਵਾ ਵਿੱਚ ਤੀਰ ਨਹੀਂ ਸੀ, ਬਲਕਿ ਇੱਕ ਬਹੁਤ ਹੀ ਸਟੀਕ ਯੋਜਨਾ ਸੀ। ਇੰਨਾ ਹੀ ਨਹੀਂ, ਲੇਖਕ ਨੇ ਨਿਊਯਾਰਕ ਵਿੱਚ ਅਮਰੀਕੀ ਮਿਸ਼ਨ ਦੇ ਪ੍ਰੈਸ ਦਫ਼ਤਰ ਤੋਂ ਆਇਆ ਆਟੋ ਰਿਸਪੌਂਸ ਯਾਨੀ ਸਵੈ-ਚਲਿਤ ਜਵਾਬ ਵੀ ਇਸ ਵਿੱਚ ਸ਼ਾਮਿਲ ਕੀਤਾ ਹੈ। ਇਹ ਛੋਟੀ ਜਿਹੀ ਡਿਟੇਲ ਇਸ ਗੱਲ ਦਾ ਪੱਕਾ ਸਬੂਤ ਦਿੰਦੀ ਹੈ ਕਿ ਇਹ ਈਮੇਲਾਂ ਅਸਲ ਵਿੱਚ ਵੱਡੇ ਸਿਸਟਮਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਸਨ, ਜੋ ਕਿ ਇਸ ਪੂਰੀ ਮੁਹਿੰਮ ਨੂੰ ਇੱਕ ਠੋਸ ਡਿਜੀਟਲ ਅਸਲੀਅਤ ਬਣਾਉਂਦੀ ਹੈ।
ਇੱਕ ਬਹੁਤ ਹੀ ਨਿੱਜੀ ਸਬੰਧ। ਹੁਣ ਜਦੋਂ ਆਪਾਂ ਦਸਤਾਵੇਜ਼ ਦੇ ਬਿਲਕੁਲ ਅੰਤ ਵੱਲ ਪਹੁੰਚਦੇ ਹਾਂ ਤਾਂ ਇਸ ਦਾ ਲਹਿਜਾ ਅੰਤਰਰਾਸ਼ਟਰੀ ਕੂਟਨੀਤੀ ਤੋਂ ਬਦਲ ਕੇ ਅਚਾਨਕ ਇੱਕ ਬਹੁਤ ਹੀ ਭਾਵੁਕ ਅਤੇ ਨਿੱਜੀ ਖੁਲਾਸੇ ਵੱਲ ਮੁੜ ਜਾਂਦਾ ਹੈ। ਇਹ ਸੱਚਮੁੱਚ ਦਿਲ ਨੂੰ ਛੂ ਲੈਣ ਵਾਲੀ ਗੱਲ ਹੈ। ਇਸ ਦਸਤਾਵੇਜ਼ ਵਿੱਚ ਇੱਕ ਟਾਈਮਲਾਈਨ ਹੈ ਜੋ ਇੱਕ ਹੈਰਾਨੀਜਨਕ 17 ਸਾਲ ਦੇ ਇਤਫਾਕ ਨੂੰ ਬਿਆਨ ਕਰਦੀ ਹੈ। ਇਹ ਧਰਤੀ ਦਿਵਸ 2026 ਦੀ ਇਸ ਗਲੋਬਲ ਅਪੀਲ ਨੂੰ ਸਿੱਧਾ ਅਪ੍ਰੈਲ 2009 ਵਿੱਚ ਲੇਖਕ ਦੀ ਪਤਨੀ ਸ਼੍ਰੀਮਤੀ ਰੇਨੂ ਅਰੋੜਾ ਦੇ ਦੁਖਦਾਈ ਦੇਹਾਂਤ ਨਾਲ ਜੋੜਦੀ ਹੈ। ਇਹ ਤਾਰੀਖਾਂ ਦਾ ਮੇਲ ਹੀ ਹੈ ਜੋ ਇਸ ਪੂਰੇ ਮਿਸ਼ਨ ਨੂੰ ਇੱਕ ਬਹੁਤ ਡੂੰਘਾ ਅਤੇ ਭਾਵਨਾਤਮਕ ਅਰਥ ਦਿੰਦਾ ਹੈ। ਇਸੇ ਗੱਲ ਵਿੱਚ ਇਸ ਪੂਰੀ ਪਹਿਲਕਦਮੀ ਦਾ ਸਭ ਤੋਂ ਵੱਡਾ ਭਾਵਨਾਤਮਕ ਆਧਾਰ ਲੁਕਿਆ ਹੋਇਆ ਹੈ। 17 ਸਾਲ ਪਹਿਲਾਂ ਹਸਪਤਾਲ ਤੋਂ ਛੁੱਟੀ ਮਿਲਣ ਅਤੇ ਪਤਨੀ ਦੇ ਦੁਨੀਆ ਛੱਡ ਜਾਣ ਦੇ ਉਸ ਦਰਦਨਾਕ ਪਲ ਨੇ ਸਮਾਂ ਪਾ ਕੇ ਦੁਨੀਆ ਨੂੰ ਬਚਾਉਣ ਅਤੇ ਮਨੁੱਖ ਤੇ AI ਦੇ ਸਾਂਝੇ ਵਿਕਾਸ ਦੇ ਇਸ ਵੱਡੇ ਗਲੋਬਲ ਮਿਸ਼ਨ ਦਾ ਰੂਪ ਧਾਰ ਲਿਆ। ਇਹ ਬਿਆਨ ਕਰਦਾ ਹੈ ਕਿ ਕਿਵੇਂ ਇੱਕ ਨਿੱਜੀ ਦੁੱਖ ਪੂਰੀ ਮਨੁੱਖਤਾ ਦੇ ਭਲੇ ਦੀ ਆਵਾਜ਼ ਬਣ ਸਕਦਾ ਹੈ। ਤਾਂ ਫਿਰ ਅੰਤ ਵਿੱਚ ਇੱਕ ਬਹੁਤ ਹੀ ਡੂੰਘਾ ਸਵਾਲ ਖੜਾ ਹੁੰਦਾ ਹੈ ਕਿ ਗਲੋਬਲ ਸੰਕਟਾਂ ਨੂੰ ਕਿਸੇ ਦੇ ਡੂੰਘੇ ਨਿੱਜੀ ਨੁਕਸਾਨ ਦੇ ਨਜ਼ਰੀਏ ਤੋਂ ਵੇਖਣਾ ਸਾਡੀ ਅੰਤਰਰਾਸ਼ਟਰੀ ਕੂਟਨੀਤੀ ਨੂੰ ਬਦਲ ਸਕਦਾ ਹੈ। ਇਹ ਵਿਚਾਰ ਸੱਚਮੁੱਚ ਵਿਸ਼ਵ ਸ਼ਾਂਤੀ ਅਤੇ ਇੱਕ ਆਮ ਇਨਸਾਨ ਦੀ ਚੇਤਨਾ ਦੇ ਵਿਚਕਾਰ ਇੱਕ ਬਹੁਤ ਹੀ ਮਜ਼ਬੂਤ ਸਬੰਧ ਕਾਇਮ ਕਰਦਾ ਹੈ। ਕੀ ਇੱਕ ਆਮ ਇਨਸਾਨ ਦੀ ਇਹ ਅਪੀਲ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਬਦਲਾਅ ਲਿਆ ਸਕੇਗੀ? ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ। ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ।